ਸਤਿ ਸ੍ਰੀ ਅਕਾਲ ਸਟੂਡੈਂਟ ਅੱਜ ਜਿਹੜਾ ਅਸੀਂ ਟੌਪਿਕ ਕਰਨਾ ਹੈ ਨਾ ਓਵरहेड डिस्ट्रीब्यूशन ਤੋਂ ਬਾਅਦ ਹੈਗਾ ਮਸ਼ੀਨ ਆਵਰ ਰੇਟ। ਠੀਕ ਹੈ ਨਾ, ਮਸ਼ੀਨ ਆਵਰ ਰੇਟ ਤੋਂ ਮਤਲਬ ਨਾਂ ਤੋਂ ਪਤਾ ਲੱਗਦਾ ਮਸ਼ੀਨ ਦਾ ਆਵਰ ਰੇਟ ਮਤਲਬ ਕਿ ਜੀ 1 ਘੰਟੇ ਦਾ ਉਹਦਾ ਕਿੰਨਾ ਖਰਚਾ ਆ। ਠੀਕ ਹੈ ਨਾ, ਕਿ ਜਾਣੀ ਕਿ ਕੋਈ ਮਸ਼ੀਨ ਮਤਲਬ ਅਸੀਂ ਫੈਕਟਰੀ ਵਿੱਚ ਲਾਈਏ ਵਾ, ਠੀਕ ਹੈ ਨਾ ਜੀ, ਉਹਦੇ ਉੱਤੇ ਜਿੰਨਾ ਵੀ ਖਰਚਾ ਆਉਂਦਾ ਆ, ਠੀਕ ਹੈ ਨਾ, ਉਹ ਅਸੀਂ ਦੇਖਣਾ ਕਿ ਜੇ ਉਹਨੂੰ 1 ਘੰਟਾ 1 ਆਵਰ ਲਈ ਆਪਾਂ ਉਹਨੂੰ ਕਹਿ ਦੀ ਓਪਰੇਟ ਕਰਦੇ ਹਾਂ ਤਾਂ ਉਹਦਾ ਕਿੰਨਾ ਖਰਚਾ ਆਉਂਦਾ ਆ। ਠੀਕ ਨਾ, ਇਹ ਤੋਂ ਪਹਿਲਾਂ ਬੇਟਾ ਇੱਕ ਚੀਜ਼ ਦੇਖ ਲਓ, ਜਿਹੜੀ ਸਾਡੇ ਕੋਲ ਮਸ਼ੀਨ ਆਵਰ ਰੇਟ ਹੁੰਦਾ ਨਾ, ਇਹਦੇ ਵਿੱਚ ਜਿਹੜੀਆਂ ਮਸ਼ੀਨ ਨਾਲ ਐਕਸਪੈਂਸਿਸ ਸਾਡੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ। ਠੀਕ ਹੈ ਨਾ, ਜਿਹੜੀਆਂ ਮਸ਼ੀਨ ਨਾਲ ਰਿਲੇਟਡ ਐਕਸਪੈਂਸਿਸ ਕਿੰਨੀਆਂ ਹੁੰਦੀਆਂ ਜੀ, ਦੋ ਤਰ੍ਹਾਂ ਦੀਆਂ ਹੁੰਦੀਆਂ। ਇੱਕ ਬੇਟਾ ਹੁੰਦੀ ਹੈਗੀ ਹੈ ਸਾਡੇ ਕੋਲ ਸਟੈਂਡਿੰਗ ਚਾਰਜਸ, ਠੀਕ ਨਾ, ਤੇ ਦੂਜੇ ਨੰਬਰ ਤੇ ਹੁੰਦੇ ਹੈਗੇ ਆ ਜੀ ਮਸ਼ੀਨ ਐਕਸਪੈਂਸਿਸ ਜਾਂ ਫਿਰ ਕਿਆ ਜੀ ਚਾਰਜਸ ਵੀ ਕਹਿ ਸਕਦੇ ਆ। ਠੀਕ ਹੈ, ਸਟੈਂਡਿੰਗ ਚਾਰਜਸ ਬੇਟਾ ਉਹ ਚਾਰਜਸ ਹੁੰਦੇ ਆ ਜਿਹੜੇ ਮਸ਼ੀਨ ਚਾਹੇ ਸਾਡੀ ਚੱਲੇ ਚਾਹੇ ਨਾ ਚੱਲੇ, ਜੇ ਮਸ਼ੀਨ ਖੜੀ ਵੀ ਹੈ ਨਾ ਤਾਂ ਵੀ ਉੱਤੇ ਉਹ ਖਰਚਾ ਆਣਾ ਹੀ ਆਣਾ ਆ। ਠੀਕ ਹੈ ਨਾ, ਮੰਨ ਲਓ ਫੋਰ ਐਗਜ਼ਾਮਪਲ ਰੈਂਟ ਵਾ, ਠੀਕ ਹੈ ਨੀ, ਇੰਸ਼ੋਰੈਂਸ ਆ। ਹੁਣ ਮਸ਼ੀਨ ਦਾ ਆਪਾਂ ਇੱਕ ਵਾਰੀ ਇੰਸ਼ੋਰੈਂਸ ਕਰਾ ਲਿਆ, ਮਸ਼ੀਨ ਦਾ ਕਹਿ ਜੀ ਇੰਸ਼ੋਰੈਂਸ ਕਰਾ ਲਿਆ, ਚਾਹੇ ਮਸ਼ੀਨ ਚਲਾਈਏ ਚਾਹੇ ਨਾ ਚਲਾਈਏ ਇੰਸ਼ੋਰੈਂਸ ਦਾ ਖਰਚਾ ਤਾਂ ਪੈ ਹੀ ਜਾਣਾ ਜੀ। ਉਹਦਾ ਕਿਰਾਇਆ ਹੈ, ਬਿਲਡਿੰਗ ਦਾ ਕਿਰਾਇਆ ਜਾਂ ਮਸ਼ੀਨ ਦਾ ਕਿਰਾਇਆ, ਚਾਹੇ ਆਪਾਂ ਚਲਾਈਏ ਚਾਹੇ ਨਾ ਚਲਾਈਏ ਉਹ ਤਾਂ ਕਹਿ ਜੀ ਖਰਚਾ ਪੈਣਾ ਹੀ ਪੈਣਾ ਆ। ਠੀਕ ਹੈ ਨਾ, ਇੱਦਾਂ ਮਤਲਬ ਕੁਝ ਖਰਚੇ ਹੁੰਦੇ ਜਿਹੜੇ ਕਹਿ ਜੀ ਸਾਨੂੰ ਕਹਿ ਜੀ ਪੈਂਦੇ ਹੀ ਪੈਂਦੇ ਆ। ਔਰ ਮਸ਼ੀਨ ਐਕਸਪੈਂਸਿਸ ਉਹ ਹੁੰਦੀਆਂ ਆ ਜਿਹੜੀਆਂ ਬੇਟਾ ਮਤਲਬ ਕਿਹਾ ਜੀ ਮਸ਼ੀਨ ਨੂੰ ਜਦੋਂ ਆਪਾਂ ਓਪਰੇਟ ਕਰਨਾ ਹੈ ਨਾ ਉਦੋਂ ਹੀ ਖਰਚੇ ਪੈਣੇ। ਮਤਲਬ ਇਹ ਵਾਲਾ ਜਿਹੜਾ ਖਰਚਾ ਹੁੰਦਾ ਨਾ ਇਹ ਸਾਡਾ ਵੇਰੀਏਬਲ ਐਕਸਪੈਂਸਿਸ ਹੁੰਦੀਆਂ, ਜਾਣੀ ਕਿ ਜੇ ਮਸ਼ੀਨ ਚੱਲਦੀ ਆ ਤਦ ਇਹ ਖਰਚਾ ਆਉਣਾ, ਨਹੀਂ ਤੇ ਨਹੀਂ। ਫੋਰ ਐਗਜ਼ਾਮਪਲ ਇਲੈਕਟ੍ਰੀਸਿਟੀ ਆ, ਜੇ ਮਸ਼ੀਨ ਚੱਲੂਗੀ ਤਦੇ ਇਲੈਕਟ੍ਰੀਸਿਟੀ ਲੱਗੂਗੀ ਪਾਵਰ, ਜੇ ਮਸ਼ੀਨ ਚੱਲੂਗੀ ਤਦੇ ਬਿਜਲੀ ਖਿੱਚੂਗੀ ਉਹ, ਨਹੀਂ ਤੇ ਨਹੀਂ। ਇਸੇ ਤਰ੍ਹਾਂ ਇਹ ਰॉ ਮਟੀਰੀਅਲ ਆ, ਜੇ ਮਸ਼ੀਨ ਚੱਲਦੀ ਆ ਤਦੇ ਉਹ ਮਤਲਬ ਕਹਿ ਜੀ ਮਟੀਰੀਅਲ ਲਾਊਂਗਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੰਜ਼ਿਊਮੇਬਲ ਆਇਲ ਆ। ਠੀਕ ਨਾ, ਮਤਲਬ ਕਹਿ ਜੀ ਜੇ ਮਤਲਬ ਮਸ਼ੀਨ ਚੱਲਦੀ ਆ ਤਦੇ ਆਇਲ ਕੰਜ਼ਿਊਮ ਕਰੂੰਗੀ, ਨਹੀਂ ਤਾਂ ਨਹੀਂ ਹੈਗੀ। ਠੀਕ ਨਾ, ਹੁਣ ਬੇਟਾ ਇਹਦੇ ਵਿੱਚ ਅਸੀਂ ਇਹੀ ਚੀਜ਼ ਦੇਖਣੀ ਆ ਕਿ ਜਦੋਂ ਆਪਾਂ ਕੀ ਕਰਨਾ ਹੈਗਾ ਜੀ ਮਸ਼ੀਨ ਆਵਰ ਰੇਟ ਕੱਢਣਾ ਆ, ਕੁਛ ਨਹੀਂ ਕਰਨਾ, ਜਿੰਨਾ ਵੀ ਸਾਨੂੰ ਖਰਚਾ ਦਿੱਤਾ ਹੋਣਾ ਆ ਉਸ ਖਰਚੇ ਨੂੰ ਜਿੰਨੇ ਚਿਰ ਦਾ ਉਹ ਖਰਚਾ ਦਿੱਤਾ ਆ, ਯਾਨੀ ਕਿ ਕਹਿ ਜੀ ਅਸੀਂ A1 ਆਵਰ ਐਕਸਪੈਂਸਿਸ ਆਫ ਮਸ਼ੀਨ ਫਾਈਂਡ ਕਰਨਾ। ਕਿੱਦਾਂ ਜੀ, ਜਿਹੜਾ ਸਾਡੇ ਕੋਲ ਟੋਟਲ ਐਕਸਪੈਂਸਿਸ ਹੋਣੀਆਂ ਆ, ਠੀਕ ਹੈ ਨਾ, ਉਹਨੂੰ ਬੇਟਾ ਆਪਾਂ ਕਰਨਾ ਡਿਵਾਈਡ ਕਰ ਦੇਣਾ ਜੀ ਨੰਬਰ ਆਫ ਆਵਰਸ ਦੇ ਨਾਲ, ਯਾਨੀ ਕਿ ਜਿੰਨੇ ਆਵਰ ਦੀਆਂ ਐਕਸਪੈਂਸਿਸ ਆ ਉਨੇ ਆਵਰ ਨੂੰ ਆਪਾਂ ਕੀ ਕਰ ਦੇਣਾ ਜੀ ਡਿਵਾਈਡ ਕਰ ਦੇਣਾ ਆ। ਠੀਕ ਹੈ ਨਾ, ਜਿੱਦਾਂ ਬੇਟਾ ਸਾਡੇ ਕੋਲ ਪਹਿਲਾ ਕੁਐਸਚਨ ਹੀ ਆ ਸਾਡੇ ਕੋਲ, ਠੀਕ ਹੈ ਨਾ, ਕਿਹੜਾ ਹੈਗਾ ਜੀ ਆ 20th ਕੁਐਸਚਨ ਦੇਖੋ ਆਪਣਾ। ਹਾਂਜੀ ਬੇਟਾ ਕੁਐਸਚਨ ਦੇਖੋ ਆਪਣਾ, ਮੇਰੇ ਕੋਲ 20 ਕੁਐਸਚਨ, ਤੁਸੀਂ ਇੱਥੋਂ ਹੀ ਸ਼ੁਰੂ ਕਰਨੇ, ਇੱਥੋਂ ਲੈ ਕੇ 38 ਤੱਕ ਕੁਐਸਚਨ ਇਹਨਾਂ ਰਿਲੇਟਡ। ਔਰ ਇਹਦੇ ਵਿੱਚੋਂ ਬੇਟਾ ਤੇ ਡਿਸਟ੍ਰੀਬਿਊਸ਼ਨ ਓਵਰਹੈਡ 'ਚ ਕੁਐਸਚਨ ਪੱਕਾ ਆਉਂਦਾ ਹੀ ਹੁੰਦਾ ਸਾਨੂੰ। ਠੀਕ ਹੈ ਨਾ, ਜਿੱਦਾਂ ਹੁਣ ਬੇਟਾ ਆਹ ਵਾਲਾ ਕੁਐਸਚਨ ਦੇਖੋ, ਇਹਦੇ ਵਿੱਚ ਕੀ ਹੈ ਜੀ ਕੈਲਕੂਲੇਟ ਦੀ ਮਸ਼ੀਨ ਆਵਰ ਰੇਟ ਫਰੋਮ ਦੀ ਫੋਲੋਇੰਗ, ਜਿਹੜੀ ਸਾਨੂੰ ਡਿਟੇਲ ਦਿੱਤੀ ਹੋ। ਕੀ ਕਹਿੰਦਾ ਜੀ ਕੋਸਟ ਆਫ ਮਸ਼ੀਨ ਕਿੰਨਾ ਜੀ 19,200, ਐਸਟੀਮੇਟ ਸਕ੍ਰੈਪ ਵੈਲਿਊ ਕਿੰਨੀ ਹੈ ਜੀ 1200 ਆ, ਐਵਰੇਜ ਰਿਪੇਅਰ ਐਂਡ ਮੇਨਟੇਨੈਂਸ ਚਾਰਜਸ ਕਿੰਨਾ ਪਰ ਮੰਥ ਦਾ ਕਿੰਨਾ ਜੀ ਬੇਟਾ 150 ਆ, ਤੇ ਸਟੈਂਡਿੰਗ ਚਾਰਜਸ ਐਲੋਕੇਟਡ ਮਸ਼ੀਨ ਪਰ ਮੰਥ ਦਾ ਕਿੰਨਾ ਜੀ 50 ਆ, ਅਫੈਕਟਿੰਗ ਵਰਕਿੰਗ ਲਾਈਫ ਆਫ ਮਸ਼ੀਨ, ਮਸ਼ੀਨ ਦੀ ਪੂਰੀ ਲਾਈਫ ਕਿੰਨੀ ਹੈ 10,000 ਆਵਰ ਆ, ਰਨਿੰਗ ਟਾਈਮ ਪਰ ਮੰਥ, ਇੱਕ ਮੰਥ ਦੇ ਵਿੱਚ ਕਿੰਨੇ ਮਤਲਬ ਆਵਰ ਉਹ ਚੱਲਦੀ ਹੈਗੀ ਹੈ ਜੀ 166 ਘੰਟੇ। ਠੀਕ ਹੈ ਜੀ, ਕਹਿੰਦਾ ਪਾਵਰ ਯੂਜ਼ ਬਾਈ ਦੀ ਮਸ਼ੀਨ, ਪਾਵਰ ਕਿੰਨਾ ਯੂਜ਼ ਕਰਦੀ ਆ ਉਹ 5 ਯੂਨਿਟ ਪਰ ਆਵਰ, ਤੇ ਇੱਕ ਜਿਹੜੀ ਯੂਨਿਟ ਵਾ ਕਿੰਨੇ ਦੀ ਹੈ ਜੀ 19 ਪੈਸੇ ਦੀ ਆ, ਕਿੰਨੇ ਦੀ ਹੈ ਜੀ 19 ਪੈਸੇ ਦੀ ਆ। ਅਸੀਂ ਬੇਟਾ ਕੀ ਕਰਨਾ, ਇਹਦਾ ਮਤਲਬ 1 ਆਵਰ ਦਾ ਕਿਆ ਪਤਾ ਕਰਨਾ ਜੀ, ਆਪਾਂ ਖਰਚਾ ਪਤਾ ਕਰਨਾ। ਠੀਕ ਹੈ ਨਾ, ਜਿੱਦਾਂ ਮਤਲਬ ਕਿ ਜੀ ਆਪਾਂ ਕੀ ਪਤਾ ਕਰਨਾ ਹੈਗਾ ਜੀ ਮਸ਼ੀਨ ਆਵਰ ਰੇਟ ਕੈਲਕੂਲੇਟ ਕਰਨਾ ਬੇਟਾ ਸੀ, ਤੇ ਅਸੀਂ ਕੀ ਕਰਨਾ ਹੈਗਾ ਜੀ ਉਸ ਹਿਸਾਬ ਨਾਲ ਖਰਚੇ ਪਾ ਲੈਣੇ। ਠੀਕ ਹੈ ਨਾ, ਕਿਸ ਤਰ੍ਹਾਂ ਜੀ ਦੇਖੋ ਬੇਟਾ, ਜਦੋਂ ਸਾਡੇ ਕੋਲ ਹੈਗਾ ਜੀ ਪਹਿਲੇ ਨੰਬਰ ਤੇ ਹੈਗਾ ਜੀ ਕੋਸਟ ਆਫ ਮਸ਼ੀਨ ਕਿੰਨੀ 19,200 ਸੀਗੀ, ਉਹਦੀ ਸਕ੍ਰੈਪ ਵੈਲਿਊ ਕਿੰਨੀ ਹੈ ਜੀ, ਸਕ੍ਰੈਪ ਵੈਲਿਊ ਹੈਗੀ 1200, ਸਕ੍ਰੈਪ ਵੈਲਿਊ ਕਿੰਨੀ ਹੈ ਜੀ 1200 ਆ। ਹੁਣ ਅਸੀਂ ਇਹਦੀ ਪਹਿਲਾਂ 1 ਆਵਰ ਦੀ ਡੈਪਰੀਸ਼ੀਏਸ਼ਨ ਪਾਣੀ, ਕਿੰਨੇ ਦੀ ਪਾਣੀ 1 ਆਵਰ ਦੀ
ਡੈਪਰੀਸ਼ੀਏਸ਼ਨ। ਕਿਸ ਤਰ੍ਹਾਂ ਬੇਟਾ ਦੇਖ ਲਓ, ਜਿੱਦਾਂ ਕੱਢਦੇ ਹੁੰਦੇ ਡੈਪਰੀਸ਼ੀਏਸ਼ਨ ਕੀ ਹੁੰਦੀ, ਜਿੰਨੀ ਕੋਸਟ ਵਾ 19,200 ਮਾਈਨਸ 1200 ਡਿਵਾਈਡ ਜਿੰਨੀ ਇਹਦੀ ਲਾਈਫ ਆ। ਲਾਈਫ ਕਿੰਨੀ ਉਹਨੇ ਦਿੱਤਾ ਹੈ ਬੇਟਾ 10,000 ਆਵਰ ਹੈ, ਜਾਣੀ ਕਿ 10,000 ਘੰਟੇ। ਮਤਲਬ ਜਿਹੜਾ 19,200 ਦੇ ਵਿੱਚੋਂ 1200 ਸਕ੍ਰੈਪ ਵੈਲਿਊ ਘਟਾ ਕੇ 18,000 ਦੀ ਡੈਪਰੀਸ਼ੀਏਸ਼ਨ ਆਣੀ ਪੂਰੇ ਲਾਈਫ ਦੀ। ਉਹ ਕਿੰਨੇ ਘੰਟੇ ਦੀ ਆ, 10,000 ਘੰਟੇ ਦੀ ਆ। ਅਸੀਂ ਕਿੰਨੇ ਦੀ ਘੰਟੇ ਦੀ ਪਤਾ ਕਰਨੀ ਬੇਟਾ, 1 ਘੰਟੇ ਦੀ। ਤਾਂ ਜਿੰਨਾ ਇਹ ਆਇਆ ਆ ਉਹਨੂੰ ਡਿਵਾਈਡ ਕਰਕੇ ਆ ਜਾਣਾ ਸਾਡੇ ਕੋਲ ਡੈਪਰੀਸ਼ੀਏਸ਼ਨ ਕਿੰਨੀ ਆਣੀ ਜੀ 1 ਘੰਟੇ ਦੀ, 1.8। ਠੀਕ ਨਾ। ਉਸ ਤੋਂ ਬਾਅਦ ਅੱਗੇ ਬੇਟਾ ਦੇਖ ਲਓ ਰਿਪੇਅਰ, ਠੀਕ ਨਾ, ਐਂਡ ਮੇਨਟੇਨੈਂਸ ਚਾਰਜਸ ਕਿੰਨੀ ਆ ਜੀ 150 ਪਰ ਮੰਥ ਦੀ ਆ। ਕਿੰਨੇ ਦੀ ਆ, ਪਰ ਮੰਥ ਦੀ। ਮਤਲਬ ਕੀ ਇਹ ਸਾਨੂੰ ਦਿੱਤਾ ਜੀ ਰਿਪੇਅਰ ਐਂਡ ਮੇਨਟੇਨੈਂਸ ਚਾਰਜਸ ਕਿੰਨੇ ਆ ਬੇਟਾ 150 ਆ। 150 ਹੈਗੇ 1 ਮਹੀਨੇ ਦੇ, ਦੇਖੋ ਹਨਾ 1 ਮਹੀਨੇ ਦੇ ਆ, ਪਰ ਮੰਥ ਦੇ ਆ। ਤੇ ਪਰ ਮੰਥ ਦੇ ਵਿੱਚ ਆਵਰ ਸਾਡੇ ਕੋਲ ਕਿੰਨੇ ਆ ਜੀ 166। ਇਹਦਾ ਮਤਲਬ ਜਿਹੜਾ 150 ਰੁਪਏ ਖਰਚਾ ਆ ਉਹ ਕਿੰਨੇ ਘੰਟੇ ਦਾ ਜੀ 166 ਘੰਟੇ ਦਾ ਹੈ। ਯਾਨੀ ਕਿ 1 ਘੰਟੇ ਦਾ ਕਿੰਨਾ ਹੋਣਾ, ਜਿੰਨਾ 150 ਹੈਗਾ ਆ ਉਹਨੂੰ 166 ਨਾਲ ਡਿਵਾਈਡ ਕਰ ਦਿਓ। ਠੀਕ ਨਾ। ਤਾਂ ਬੇਟਾ ਇਹ ਸਾਡੇ ਕੋਲ ਡਿਵਾਈਡ ਕਰਕੇ ਆ ਜਾਣਾ ਹੈਗਾ 0.9 ਆ ਜਾਣਾ। ਕਿੰਨਾ ਹੈ ਨਾ 0.9 ਜਾਂ 2 ਡੈਸੀਮਲ ਤੱਕ ਲੈ ਲਓ, 0.90 ਲਿਖ ਲਓ ਜੀ। ਠੀਕ ਹੈ ਜੀ। ਉਹ ਤੋਂ ਬਾਅਦ ਅੱਗੇ ਕੀ ਹੈ ਬੇਟਾ ਸਾਡੇ ਕੋਲ ਕੀ ਹੈਗਾ ਜੀ ਸਟੈਂਡਿੰਗ ਚਾਰਜਸ ਆ। ਕਿਹੜੇ ਆ ਜੀ ਸਟੈਂਡਿੰਗ ਚਾਰਜਸ। ਠੀਕ ਹੈ ਜੀ। ਸਟੈਂਡਿੰਗ ਚਾਰਜਸ ਬੇਟਾ ਕਿੰਨੇ ਆ ਸਾਡੇ ਕੋਲ 50 ਆ, ਪਰ ਮੰਥ ਦੀ ਆ। ਇਹ ਵੀ ਕਿੰਨੇ ਆ ਜੀ ਪਰ ਮੰਥ ਦੀ। ਮਤਲਬ ਕਿੰਨੇ ਜੀ 166 ਘੰਟੇ ਦੀ। ਤਾਂ ਅਸੀਂ ਕੀ ਕਰਨਾ ਜੀ 50 ਨੂੰ ਵੀ 166 ਨਾਲ ਡਿਵਾਈਡ ਕਰ ਲੈਣਾ। ਠੀਕ ਆ। ਤਾਂ ਕਿੰਨਾ ਆਣਾ ਬੇਟਾ ਇਹ ਆ ਜਾਣਾ ਹੈਗਾ 0.30। ਕਿੰਨਾ ਆਣਾ ਜੀ 0.30। ਤੇ ਉਸ ਤੋਂ ਬਾਅਦ ਬੇਟਾ ਸਾਡੇ ਕੋਲ ਹੋਰ ਕਿਹੜਾ ਦੇਖੋ ਸਟੈਂਡਿੰਗ ਚਾਰਜਸ ਵੀ ਹੋ ਗਏ। ਠੀਕ ਨਾ। ਵਰਕਿੰਗ ਲਾਈਫ ਚਲੋ ਤਾਂ ਕਹਿੰਦਾ ਰਨਿੰਗ ਟਾਈਮ ਪਰ ਆਵਰ ਦੇ ਕਹਿੰਦਾ ਪਾਵਰ ਕਿੰਨੀ ਹੈ ਜੀ 1 ਘੰਟੇ ਦੀਆਂ 5 ਯੂਨਿਟਾਂ ਖਾਂਦਾ। ਪਾਵਰ ਕਿੰਨੀ ਹੈ ਜੀ ਸਾਡੇ ਕੋਲ ਜਿਹੜੀ 1 ਘੰਟੇ ਦੀ ਖਾਂਦਾ ਉਹ ਪਾਵਰ ਹੈਗੀਆਂ ਬੇਟਾ 5 ਯੂਨਿਟਾਂ। ਪਾਵਰ ਦਾ ਖਰਚਾ ਕਿੰਨਾ ਹੈ ਜੀ 5 ਯੂਨਿਟਾਂ ਆ। ਐਜ਼ ਏ ਰੇਟ ਆਫ ਕਿੰਨਾ ਜੀ 19 ਪੈਸੇ ਆ ਬੇਟਾ। ਮਤਲਬ ਕਿੰਨਾ ਜੀ 0.19 ਰੁਪੀਜ਼, 0.19 ਰੁਪੀਜ਼। ਔਰ ਇਹਨੂੰ ਮਲਟੀਪਲਾਈ ਕਰਕੇ ਕਿੰਨਾ ਆਣਾ ਬੇਟਾ 0.95 ਆ ਜਾਣਾ ਸਾਡਾ ਕਾਹਦਾ ਜੀ ਪਾਵਰ ਦਾ ਖਰਚਾ। ਬਸ ਬੇਟਾ ਹੋਰ ਤਾਂ ਖਰਚਾ ਹੈ ਨਹੀਂਗਾ, ਇਹ ਸਾਰੇ ਜੁੜਦਾ ਨੇ। ਇਹ ਸਾਡੇ ਕੋਲ ਕੀ ਆ ਜਾਣਾ ਜੀ ਮਸ਼ੀਨ ਆਵਰ ਰੇਟ। ਮਤਲਬ ਮਸ਼ੀਨ ਦਾ 1 ਘੰਟੇ ਦਾ ਖਰਚਾ ਕਿੰਨਾ ਜੀ 3.95 ਆ ਜਾਣਾ ਬੇਟਾ ਮਸ਼ੀਨ ਆਵਰ ਰੇਟ, ਯਾਨੀ ਕਿ 1 ਘੰਟੇ ਦਾ ਖਰਚਾ। ਬਸ ਬੇਟਾ ਇਸੇ ਤਰ੍ਹਾਂ ਸਵਾਲ ਆ। ਠੀਕ ਨਾ। ਇੱਕ ਤੁਹਾਨੂੰ ਸਵਾਲ ਮੈਂ ਹੋਰ ਕਰਕੇ ਦੱਸ ਦਿੰਦਾ ਆ। ਬਾਕੀ ਬੇਟਾ ਤੁਸੀਂ ਹਰੇਕ ਸਵਾਲ ਕਰਕੇ ਦੇਖ ਲੈਣਾ। ਜਿਹੜਾ ਸਵਾਲ ਨਹੀਂ ਆਊਗਾ ਨਾ ਉਹਦੀ ਤੁਹਾਨੂੰ ਇਹ ਸਵਾਲ ਸੋਲਵ ਕਰਕੇ ਭੇਜ ਦੂੰਗਾ, ਪਰ ਤੁਸੀਂ ਸੋਲਵ ਜ਼ਰੂਰ ਕਰਕੇ ਦੇਖ ਲਿਓ। ਠੀਕ ਨਾ। ਹੁਣ ਬੇਟਾ ਇੱਕ ਨੈਕਸਟ ਕੁਐਸਚਨ ਦੇਖਦੇ ਆ ਹੋਰ ਜਿਹਦੇ ਵਿੱਚ ਜ਼ਿਆਦਾ ਮਤਲਬ ਇਹ ਵਾਲੀ ਚੀਜ਼ਾਂ ਆਈਟਮਾਂ ਹੋਣ ਔਰ ਜਿਹਦੇ ਵਿੱਚ ਤੁਹਾਨੂੰ ਵਰਕਿੰਗ ਆਵਰ ਕੱਢਣੇ ਵੀ ਪੈਣੇ। ਦੇਖੋ ਬੇਟਾ ਉਹ ਵਾਲਾ ਕੁਐਸਚਨ ਨੇ। ਹਾਂਜੀ ਸਟੂਡੈਂਟ ਅਗਲਾ ਕੁਐਸਚਨ ਦੇਖੋ 24th ਆ ਮੇਰੇ ਕੋਲ। ਠੀਕ ਨਾ। ਇਹਦੇ ਵਿੱਚ ਤੁਹਾਨੂੰ ਪਹਿਲਾਂ ਵਰਕਿੰਗ ਆਵਰ ਵੀ ਕੱਢਣੇ ਪੈਣੇ ਆ। ਠੀਕ ਨਾ। ਉਹ ਵੀ ਤੁਹਾਨੂੰ ਮਾੜਾ ਜਿਹਾ ਨੋਟ ਜਿਹਾ ਦੱਸ ਦਿੰਦਾ। ਜਿੱਦਾਂ ਦੇਖੋ ਬੇਟਾ ਕਹਿੰਦਾ ਆਥਣੇ ਇਨਫੋਰਮੇਸ਼ਨ ਦਿੱਤੀ ਉਹ ਮਤਲਬ ਮਸ਼ੀਨ ਬਾਰੇ ਕੀ ਕਹਿੰਦਾ ਓਰੀਜਨਲ ਕੋਸਟ ਆਫ ਮਸ਼ੀਨ ਕਿੰਨੀ ਹੈ ਜੀ 1 ਲੱਖ ਆ। ਐਸਟੀਮੇਟ ਲਾਈਫ ਉਹਦੀ ਕਿੰਨੀ ਹੈ ਜੀ 10 ਈਅਰ। ਤੇ ਕਹਿੰਦਾ ਰੀਯੂਜ਼ਰ ਵੈਲਿਊ ਕਿੰਨੀ ਉਹਦੀ 5000। ਫੈਕਟਰੀ ਆਪਰੇਟ ਕਿੰਨੀ ਕਰਦੀ ਹੈ ਜੀ 48 ਆਵਰ ਕਰਦੀ ਆ 1 ਵੀਕ ਦੇ ਵਿੱਚ। ਤੇ ਸਾਲ ਦੇ ਵਿੱਚ ਵੀਕ ਕਿੰਨੇ ਆ ਜੀ 52 ਆ। ਠੀਕ ਹੈ ਨਾ। ਅਲਾਓ 15% ਵਾਰ ਮਸ਼ੀਨ ਮੇਨਟੇਨੈਂਸ ਡਾਊਨ ਟਾਈਮ। ਠੀਕ ਹੈ ਨਾ। ਯਾਨੀ ਕਿ 15% ਜਿਹੜਾ ਮਤਲਬ ਡਾਊਨ ਮਤਲਬ ਮਸ਼ੀਨ ਠੀਕ ਕਰਨੇ ਵਿੱਚ ਟਾਈਮ ਲੱਗ ਜਾਂਦਾ। ਠੀਕ ਨਾ। ਅੱਗੇ 5% ਵੀ ਅਲਾਓ ਹੈ ਜੀ ਸੈਟਿੰਗ ਅਪ ਟਾਈਮ। ਪਲੱਸ ਕਹ ਜੀ 5% ਕਰਨ ਲੱਗ ਜਾਂਦਾ ਜੀ ਸੈਟਿੰਗ ਅਪ ਕਰਨੇ ਲੱਪਾਂ ਦਾ। ਠੀਕ ਨਾ। ਹੁਣ ਪਹਿਲਾਂ ਮਤਲਬ ਅਸੀਂ ਦੇਖਣਾ ਕਿ ਕਿੰਨਾ ਸਾਡਾ ਉਹ ਮਤਲਬ ਕਿ ਜੀ ਕੰਮ ਹੁੰਦਾ ਆ। ਠੀਕ ਨਾ। ਜਿਹੜੀ ਮਸ਼ੀਨ ਚੱਲਦੀ ਆ ਉਹ ਕਿੰਨੇ ਆਵਰ ਚੱਲਦੀ ਆ। ਠੀਕ ਨਾ। ਇਸ ਲਈ ਬੇਟਾ ਪਹਿਲੇ ਨੰਬਰ ਤੇ ਆਪਾਂ ਕਰਨਾ ਹੈਗਾ ਜੀ ਵਰਕਿੰਗ। ਠੀਕ ਹੈ ਨਾ ਆਵਰਸ ਆਫ ਮਸ਼ੀਨ। ਠੀਕ ਨਾ। ਕੀ ਹੈ ਜੀ ਪਹਿਲੇ ਨੰਬਰ ਤੇ ਬੇਟਾ ਦੇਖ ਲਓ ਐਕਚੁਅਲ ਆਵਰ ਸਾਡੇ ਕੋਲ ਕਿੰਨੇ ਹੈਗੇ ਆ ਜੀ। ਐਕਚੁਅਲ ਆਵਰ ਬੇਟਾ ਕਿੰਨੇ ਆ ਜੀ ਸਾਲ ਦੇ ਵਿੱਚ 1 ਵੀਕ 'ਚ 48 ਆ ਔਰ ਵੀਕ ਕਿੰਨੇ ਆ ਜੀ ਸਾਡੇ ਕੋਲ 52। 1 ਵੀਕ 'ਚ ਕਿੰਨੇ ਆ ਜੀ 48 ਆ ਔਰ ਵੀਕ ਕਿੰਨੇ ਆ ਜੀ 52 ਆ। ਮਲਟੀਪਲਾਈ ਕਰਕੇ ਬੇਟਾ ਸਾਡੇ ਕੋਲ 2496 ਆ ਜਾਣੇ।
ਮਲਟੀਪਲਾਈ ਕਰਕੇ ਕਿੰਨੇ ਆ ਜਾਣੇ ਆ ਜੀ 2496 ਆਵਰਸ ਆ ਗਏ। ਠੀਕ ਨਾ। ਉਹਦੇ ਵਿੱਚ ਬੇਟਾ ਸਾਡੇ ਕੋਲ 15% ਮੇਨਟੇਨੈਂਸ ਦੇ ਨਿਕਲ ਜਾਂਦੇ ਇਹਦੇ ਵਿੱਚ। ਕਿੰਨੇ ਆ ਜੀ 15%, ਯਾਨੀ ਕਿ ਜੀ ਲੈਸ ਸਾਡੇ ਕੋਲ ਕਿਹਦੇ ਹੈਗੇ ਆ ਜੀ ਮੇਨਟੇਨੈਂਸ ਦੇ ਨਿਕਲ ਜਾਂਦੇ ਆ ਟਾਈਮ। ਕਿੰਨਾ ਜੀ 15% ਇਹਦਾ 2496 ਦਾ, ਔਰ 15% ਕਰਕੇ ਆ ਜਾਣਾ ਬੇਟਾ 375। ਇਹ ਜੇ 375 ਕਰਕੇ ਕਿੰਨਾ ਆ ਗਿਆ ਸਾਡੇ ਕੋਲ 21 ਆ ਗਿਆ। ਕਿੰਨਾ ਆ ਗਿਆ ਜੀ 21 ਆ ਗਿਆ। ਠੀਕ ਨਾ। ਤੇ ਪਲੱਸ ਬੇਟਾ ਨਾਲੇ ਆਪਾਂ ਲੈਸ ਕਰ ਦੇਣਾ ਹੈਗਾ ਕਿਹੜਾ ਜੀ ਸੈਟਿੰਗ ਅਪ ਟਾਈਮ। ਉਹ ਕਿਹਦਾ ਆਣਾ ਬੇਟਾ 5%। ਕਿਹਦਾ ਆਣਾ ਜੀ 5%। ਆ ਜਿਹੜਾ 21 ਆ ਇਹਦਾ ਲੈਣਾ ਬੇਟਾ 5% ਆਪਾਂ। ਇਹਦਾ ਜੀ 21 ਦਾ ਕਿੰਨਾ ਲੈਣਾ ਜੀ 5% ਦਾ ਲੈਣਾ। ਠੀਕ ਹੈ ਨਾ। ਔਰ ਇਹ ਸਾਡੇ ਕੋਲ ਕਿੰਨਾ ਆਣਾ ਬੇਟਾ ਰਾਉਂਡ ਆਫ ਕਰਕੇ ਸਾਡੇ ਕੋਲ 106 ਆ ਜਾਣਾ। ਤੇ ਬੇਟਾ ਜਿਹੜਾ ਸਾਡੇ ਕੋਲ ਵਰਕਿੰਗ ਆਣਾ ਕਿੰਨਾ ਆਣਾ ਜੀ 2015 ਆਵਰ ਆ ਜਾਣੇ ਆ 1 ਸਾਲ ਦੀ। ਕਿੰਨੇ ਆਣੇ ਜੀ ਇਹ 1 ਸਾਲ ਦਾ। ਠੀਕ ਨਾ। ਫਿਰ ਤੁਸੀਂ ਉਹਨੂੰ ਖਰਚਾ ਦੇਖ ਲੈਣਾ ਕਿੰਨੇ ਚਿਰ ਦਾ ਹੋਊਗਾ। ਜੇ ਸਾਡੇ ਕੋਲ ਖਰਚਾ ਹੈਗਾ ਬੇਟਾ ਉਹ ਮਤਲਬ ਮੰਥ ਦਾ, ਅਸੀਂ ਉਹਨੂੰ ਸਾਡੇ ਕੋਲ ਸਾਲ ਦੇ ਆਵਰ ਹੈ ਨਾ ਤਾਂ ਉਹਨੂੰ ਸਾਲ ਦਾ ਬਣਾ ਲੈਣਾ। ਸਾਲ ਦਾ ਬਣਾ ਕੇ ਫਿਰ ਉਹਨੂੰ 1 ਆਵਰ ਕਰਕੇ ਸਾਡੇ ਕੋਲ ਸਾਲ ਦੇ ਆਵਰ ਹੈ ਨਾ ਤਾਂ ਖਰਚਾ ਵੀ ਸਾਡੇ ਕੋਲ ਹੁਣ ਕਾਹਦਾ ਹੋਣਾ ਚਾਹੀਦਾ ਸਾਲ ਦਾ ਹੋਣਾ ਚਾਹੀਦਾ। ਠੀਕ ਨਾ। ਹੁਣ ਬੇਟਾ ਦੇਖੋ ਮਸ਼ੀਨ ਆਵਰ ਕਿੱਦਾਂ ਕੱਢਿਆ। ਵਰਕਿੰਗ ਆਵਰ ਆ ਗਏ ਸਾਡੇ ਕੋਲ ਕਿੰਨੇ ਆ ਗਏ ਜੀ ਸਾਡੇ ਕੋਲ ਵਰਕਿੰਗ ਆਵਰ 2015। ਠੀਕ ਨਾ। ਹੁਣ ਦੇਖੋ ਪਹਿਲੇ ਨੰਬਰ ਤੇ ਪਾਣੀ ਹੈਗੀ ਬੇਟਾ ਆਪਾਂ ਇਹਦੇ ਵਿੱਚ ਡੈਪਰੀਸ਼ੀਏਸ਼ਨ। ਕੀ ਪਾਣੀ ਹੈ ਜੀ ਪਹਿਲੇ ਨੰਬਰ ਤੇ ਡੈਪਰੀਸ਼ੀਏਸ਼ਨ ਦਿੱਤੀ ਆਪਾਂ ਡੈਪਰੀਸ਼ੀਏਸ਼ਨ ਪਾ ਦੇਣੀ ਹੈ। ਠੀਕ ਨਾ। ਦੇਖੋ ਬੇਟਾ ਡੈਪਰੀਸ਼ੀਏਸ਼ਨ ਕਿੰਨੀ ਹੈ ਜੀ ਡੈਪਰੀਸ਼ੀਏਸ਼ਨ ਆਣੀ ਹੈਗੀ ਸਾਡੇ ਕੋਲ 1 ਲੱਖ ਸੀਗੀ। ਆਹੀ ਹੈ ਜੀ ਸਕ੍ਰੈਪ ਰੀਯੂਜ਼ੇਬਲ ਵੈਲਿਊ ਸਾਡੇ ਕੋਲ ਜਿਹੜੀ ਹੈਗੀ ਸਕ੍ਰੈਪ ਵੈਲਿਊ ਕਿੰਨੀ ਹੈ ਜੀ ਦੇਖੋ ਬੇਟਾ 1 ਲੱਖ ਲੈਸ ਕਿੰਨੀ ਹੈ ਜੀ 5000। ਕਿੰਨੀ ਹੈ ਜੀ 5000। ਇਹ ਮਤਲਬ ਜਿੰਨੀ ਇਹਦੀ ਲਾਈਫ ਆ ਕਿੰਨੀ ਆ ਜੀ 10 ਈਅਰ ਦੀ। ਕਿੰਨਾ ਜਾਣਾ ਜੀ 10 ਈਅਰ। ਮਤਲਬ 10 ਨਾਲ ਡਿਵਾਈਡ ਕਰਕੇ ਸਾਡੇ ਕੋਲ 1 ਸਾਲ ਦੀ ਡੈਪਰੀਸ਼ੀਏਸ਼ਨ ਆ ਗਈ। 1 ਸਾਲ ਦੀ ਮਤਲਬ ਕਿੰਨਾ ਜੀ 2015 ਆਵਰ ਦੀ। ਤੇ ਜੇ ਆਪਾਂ 10 ਸਾਲ ਦੇ ਮਤਲਬ ਇਹਨੂੰ ਵੀ ਕਿੰਨਾ ਜੀ 2015 ਨਾਲ ਡਿਵਾਈਡ ਕਰ ਦੋ ਕਰਕੇ ਜਿਹੜਾ 10 ਨਾਲ ਡਿਵਾਈਡ ਕਰਕੇ ਆਇਆ ਸੀ ਉਹ ਸਾਡੇ ਕੋਲ ਆਈ ਸੀ ਬੇਟਾ 1 ਸਾਲ ਦੀ ਡੈਪਰੀਸ਼ੀਏਸ਼ਨ। ਅਸੀਂ ਕੱਢਣੀ ਆ 1 ਘੰਟੇ ਦੀ ਤਾਂ ਇਹਨੂੰ 2015 ਨਾਲ ਡਿਵਾਈਡ ਕਰ ਦੇਣਾ ਤੇ ਸਾਡੇ ਕੋਲ ਕਿੰਨੀ ਆਣੀ ਬੇਟਾ 1 ਘੰਟੇ ਦੀ ਡੈਪਰੀਸ਼ੀਏਸ਼ਨ ਆ ਜਾਣੀ। ਜੇ ਇਹਨੂੰ ਸੋਲਵ ਕਰਕੇ ਦੇਖੀਏ ਤਾਂ ਸਾਡੇ ਕੋਲ 4.71 ਆ ਜਾਂਦਾ। ਕਿੰਨਾ ਆ ਜਾਂਦਾ ਜੀ 4.71। ਠੀਕ ਹੈ। ਉਸ ਤੋਂ ਬਾਅਦ ਬੇਟਾ ਅੱਗੇ ਸਾਡੇ ਕੋਲ ਹੈਗਾ ਇਲੈਕਟ੍ਰੀਸਿਟੀ ਪਾਵਰ ਲਿਖਿਆ ਨਾ ਯੂਜ਼ ਬਾਈ ਦੀ ਮਸ਼ੀਨ 10 ਯੂਨਿਟ ਪਰ ਆਵਰ ਐਟ ਏ ਕੋਸਟ ਆਫ 50 ਪੈਸੇ ਪਰ ਯੂਨਿਟ। ਹੁਣ ਬੇਟਾ ਫਿਰ ਅਸੀਂ ਕੀ ਪਾ ਦੇਣੀ ਹੈਗੀ ਆ ਜੀ ਪਾਵਰ ਸਾਨੂੰ ਪਹਿਲੇ 1 ਘੰਟੇ ਦੀ ਦਿੱਤੀ ਉਹ ਕਿੰਨੀ ਆ ਜੀ 10 ਯੂਨਿਟਸ ਆ ਐਜ਼ ਏ ਰੇਟ ਆਫ ਕਿੰਨਾ ਜੀ 0.50 ਐਜ਼ ਏ ਰੇਟ ਆਫ ਯੂਨਿਟ ਪਰ ਆਵਰ ਦੀਆਂ ਹੈ ਸਾਡੇ ਕੋਲ। ਠੀਕ ਆ। ਕਿੰਨਾ ਜੀ ਇਹ ਆ ਜਾਣਾ ਬੇਟਾ ਸਾਡੇ ਕੋਲ ਸਿੱਧਾ ਜੀ 5। ਕਿੰਨਾ ਜਾਣਾ ਜੀ ਸਾਡੇ ਕੋਲ ਇਹ 5 ਆ ਜਾਣਾ। ਠੀਕ ਨਾ। ਉਹ ਤੋਂ ਅੱਗੇ ਆ ਜਾਓ ਜੀ ਰਿਪੇਅਰ ਐਂਡ ਮੇਨਟੇਨੈਂਸ ਕੋਸਟ ਕਿੰਨਾ ਜੀ 500 ਰੁਪਏ ਪਰ ਮੰਥ ਆ ਬੇਟਾ 500 ਰੁਪਏ ਪਰ ਮੰਥ। ਦੇਖੋ ਆਵਰ ਸਾਡੇ ਕੋਲ ਕਿੰਨੇ ਦੇ ਆ ਸਾਲ ਦੇ ਆ ਤੇ ਅਸੀਂ ਕੀ ਕਰਨਾ ਜੀ ਇਹਨੂੰ ਵੀ ਸਾਲ ਵਿੱਚ ਕਨਵਰਟ ਕਰ ਲੈਣਾ। ਕਿਹੜਾ ਜੀ ਰਿਪੇਅਰ ਠੀਕ ਨਾ ਐਂਡ ਮੇਨਟੇਨੈਂਸ ਜਿਹੜੀਆਂ ਐਕਸਪੈਂਸਿਸ ਆ ਦੇਖੋ ਸਾਡੇ ਕੋਲ ਹੈਗਾ ਇਹ 500 ਪਰ ਮੰਥ ਦਾ। ਆਵਰ ਹੈਗੇ ਸਾਲ ਦੇ ਤਾਂ ਖਰਚਾ ਵੀ ਸਾਲ ਦਾ ਬਣਾ ਲਓ। ਕਿੰਨੇ ਨਾਲ ਜੀ 12 ਨਾਲ ਮਲਟੀਪਲਾਈ ਕਰਕੇ ਫਿਰ ਇਹਨੂੰ ਇੰਨੇ ਨਾਲ ਡਿਵਾਈਡ ਕਰ ਲਓ। ਸਾਲ ਦਾ ਖਰਚਾ ਹੋ ਗਿਆ ਨਾ ਮਤਲਬ ਇੰਨੇ ਘੰਟੇ ਦਾ ਤੇ 1 ਘੰਟੇ ਦਾ ਫਿਰ ਇਹਨੂੰ ਕਰ ਦਿਓ। ਜਿਹੜਾ ਜੇ ਸਾਡੇ ਕੋਲ 12 5 60 6000 ਇਹਨੂੰ ਡਿਵਾਈਡ ਕਰਕੇ ਆ ਜਾਣਾ ਬੇਟਾ ਆ ਜਾਣਾ ਹੈਗਾ ਸਾਡੇ ਕੋਲ 2.98। ਕੀ ਆ ਜਾਣਾ ਜੀ 2.98 ਆ ਜਾਣਾ ਬੇਟਾ। ਠੀਕ ਹੈ ਜੀ। ਚਲਿਏ ਅੱਗੇ। ਉਹ ਤੋਂ ਅੱਗੇ ਦੇਖ ਲਓ ਜੀ ਕੀ ਕਹਿੰਦਾ ਜੀ ਕਹਿੰਦਾ 2 ਆਪਰੇਟਰ ਕਿੰਨੀ ਹੈ ਜੀ 2 ਆਪਰੇਟਰ ਅਟੈਂਡ ਦੀ ਮਸ਼ੀਨ ਡੂਰਿੰਗ ਆਪਰੇਸ਼ਨ ਅਲੋਂਗ ਵਿਦ 2 ਅਦਰ ਮਸ਼ੀਨ। ਯਾਨੀ ਕਿ 2 ਹੋਰ ਮਸ਼ੀਨਾਂ ਦੇ ਨਾਲ ਹੈ ਨਾ 2 ਆਪਰੇਟਰ ਕੀ ਕਰਦੇ ਆ ਜੀ ਇਹਨੂੰ ਚਲਾਉਂਦੇ ਆ। ਠੀਕ ਨਾ ਮਸ਼ੀਨ ਨੂੰ। ਕਹਿੰਦਾ ਦੇਅਰ ਟੋਟਲ ਵੇਜਿਸ ਇਨਕਲੂਡਿੰਗ ਦੀ ਕਹਿੰਦਾ ਬ੍ਰਿੰਗ ਬੈਨੀਫਿਟ ਅਮਾਊਂਟ ਟੂ 5000 ਰੁਪਇਆ ਪਰ ਮੰਥ। ਯਾਨੀ ਕਿ ਅਸੀਂ ਉਹਨਾਂ ਨੂੰ ਕਿੰਨਾ ਖਰਚਾ ਦਿੰਦੇ ਆ ਜਿੰਨੇ ਵੀ ਆਪਰੇਟਰ ਹੈਗੇ 5000 ਰੁਪਇਆ ਪਰ ਮੰਥ ਦਾ ਦਿੰਦੇ ਆ। ਠੀਕ ਹੈ ਨਾ 5000 ਰੁਪਇਆ ਪਰ ਮੰਥ ਦਾ ਦਿੰਦੇ ਆ। ਮਤਲਬ ਕਿਹਦਾ ਜੀ ਆਪਰੇਟਰ ਦੀ ਵੇਜਿਸ ਦਾ ਖਰਚਾ ਕਿੰਨਾ ਪੈਣਾ ਦੇਖ ਲਓ। ਹੁਣ ਬੇਟਾ
ਅਸੀਂ 1 ਮਹੀਨੇ ਦਾ ਦਿੰਨੇ ਹੈਗੇ 5000। ਸਾਡੇ ਕੋਲ ਆਵਰ ਤਾਂ ਸਾਲ ਦੇ ਆ ਨਾ, ਕਿੰਨੇ ਦੀ ਹੈ ਜੀ, ਸਾਲ ਦੀ। ਇਹਦਾ ਮਤਲਬ ਸਾਲ ਦਾ ਖਰਚਾ ਕਿੰਨਾ ਹੋਊਗਾ, 5000 ਗੁਣਾ 12। ਪਹਿਲਾਂ ਸਾਲ ਦਾ ਖਰਚਾ ਆ ਗਿਆ। ਹੁਣ ਬੇਟਾ ਜਿਹੜਾ ਆਪਰੇਟਰ ਆ ਇਕੱਲੀ ਇੱਕੋ ਮਸ਼ੀਨ ਨਹੀਂ ਚਲਾਉਂਦੇ, ਇਹਦੇ ਨਾਲ 2 ਮਸ਼ੀਨਾਂ ਉਹ ਹੋਰ ਚਲਾਉਂਦੀ ਆ, 2 ਅਦਰ ਮਸ਼ੀਨ। ਇਹਦਾ ਮਤਲਬ ਜਿਹੜੇ ਆਪਰੇਟਰ ਨੂੰ ਆਪਾਂ 60 ਰੁਪਏ ਦੇਣਾ ਆ, ਉਹ ਕਿੰਨੇ ਚਿਰ ਦਾ ਦੇਣਾ ਆ, ਉਹ ਦੇਣਾ ਹੈਗਾ ਬੇਟਾ ਅਸੀਂ ਉਹਨਾਂ ਨੂੰ ਸਾਲ ਦਾ, 3 ਮਸ਼ੀਨਾਂ ਦਾ। ਕਿੰਨੇ ਦਾ, 3 ਮਸ਼ੀਨਾਂ ਦਾ। ਪਰ ਆਪਾਂ ਤਾਂ 1 ਮਸ਼ੀਨ ਦਾ ਆਵਰ ਰੇਟ ਕੱਢਣਾ ਆ, ਇਸ ਕਰਕੇ ਜਿਹੜਾ 60000 ਰੁਪਏ ਖਰਚਾ ਆਇਆ ਸਾਲ ਦਾ ਆਇਆ 3 ਮਸ਼ੀਨਾਂ ਦਾ। ਪਹਿਲਾਂ ਤਾਂ ਇਹਨੂੰ 3 ਨਾਲ ਡਿਵਾਈਡ ਕਰਕੇ 1 ਮਸ਼ੀਨ ਦਾ ਕੱਢਣਾ ਆ, ਫਿਰ ਉਹ ਆਉਣਾ ਹੈਗਾ ਸਾਲ ਦਾ ਖਰਚਾ। ਮਤਲਬ ਕਿੰਨਾ ਜੀ, 2015 ਘੰਟੇ ਦਾ। ਅਸੀਂ ਕੱਢਣਾ 1 ਘੰਟੇ ਦਾ, ਤਾਂ ਇਹਨੂੰ 2015 ਨਾਲ ਡਿਵਾਈਡ ਕਰਦਾ। ਯਾਨੀ ਕਿ ਜਿਹੜਾ 60000 ਸਾਡਾ ਆਪਰੇਟਰ ਵੇਜਿਸ ਦਾ ਖਰਚਾ ਸੀਗਾ, ਕਿੰਨੇ ਆਪਰੇਟਰ ਦਾ ਸੀਗਾ ਬੇਟਾ, 3 ਮਸ਼ੀਨਾਂ ਦਾ ਖਰਚਾ ਸੀਗਾ ਸਾਡਾ। ਠੀਕ ਨਾ, 3 ਮਸ਼ੀਨਾਂ ਦਾ 3 ਨਾਲ ਡਿਵਾਈਡ ਕਰਕੇ 1 ਮਸ਼ੀਨ ਦਾ ਆ ਗਿਆ। ਤੇ ਫਿਰ ਅਸੀਂ ਕੀ ਕਰ ਦਿੱਤਾ ਜੀ, ਇਹ ਸੀਗਾ ਸਾਲ ਦਾ, ਉਹਨੂੰ 2015 ਨਾਲ ਡਿਵਾਈਡ ਕਰਕੇ ਸਾਡੇ ਕੋਲ ਕਿੰਨੇ ਦਾ ਆ ਗਿਆ ਜੀ, 1 ਘੰਟੇ ਦਾ ਖਰਚਾ। ਔਰ ਇਹ ਸੋਲਵ ਕਰਕੇ ਆ ਜਾਂਦਾ ਬੇਟਾ 9.93। ਕਿੰਨਾ ਜੀ, 9.93। ਠੀਕ ਹੈ ਜੀ। ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ, ਦੇਖੋ ਜੀ ਕਿਆ ਕਹਿੰਦਾ ਜੀ, ਉਹ ਸਾਡੇ ਕੋਲ ਅੱਗੇ ਹੈਗਾ ਆ, ਕਹਿੰਦਾ ਅਦਰ ਓਵਰਹੈਡ ਐਟਰੀਬਿਊਟ ਟੂ ਦੀ ਮਸ਼ੀਨ। ਕਿੰਨਾ ਜੀ, 10431 ਪਰ ਈਅਰ, 1 ਸਾਲ ਦੀ ਆ। ਕਿਹੜੇ ਆ ਜੀ, ਇਹ ਹੈਗੇ ਸਾਡੇ ਕੋਲ ਓਵਰਹੈਡ। ਠੀਕ ਆ, ਓਵਰਹੈਡਸ ਕਿੰਨੇ ਆ ਸਾਡੇ ਕੋਲ ਬੇਟਾ, ਇਹ ਹੈਗੇ 10431। ਔਰ ਬੇਟਾ ਇਹ ਹੈਗੇ ਸਾਡੇ ਕੋਲ ਕਿੰਨੇ ਦੇ ਆ ਜੀ, 1 ਸਾਲ ਦੀ। ਮਤਲਬ ਕਿੰਨਾ ਜੀ, 2015 ਦੀ, 2015 ਘੰਟੇ ਦੀ। 1 ਘੰਟੇ ਦੇ ਕਿੰਨੇ ਆਣੇ, ਇਹਨੂੰ ਡਿਵਾਈਡ ਕਰਕੇ ਕਿੰਨਾ ਆਣਾ ਬੇਟਾ, 5.18 ਆ ਜਾਣਾ। ਕਿੰਨਾ ਆ ਜਾਣਾ, 5.18। ਠੀਕ ਨਾ। ਹੁਣ ਬੇਟਾ ਸਾਰੇ ਆਪਾਂ ਖਰਚੇ ਕੱਢ ਲਏ ਆ। ਠੀਕ ਹੈ ਨਾ, ਹੁਣ ਕੋਈ ਰਹਿ ਤਾਂ ਗਿਆ ਨਹੀਂ ਹੈਗਾ, ਤੇ ਅਸੀਂ ਇਹਨਾਂ ਨੂੰ ਕੀ ਕਰ ਦੇਣਾ, ਹੁਣ ਆਪਾਂ ਟੋਟਲ ਕਰ ਦੇਣਾ। ਉਹ ਸਾਡੇ ਕੋਲ ਕੀ ਆ ਜਾਣਾ ਜੀ, ਮਸ਼ੀਨ ਆਵਰ ਰੇਟ। ਕੀ ਆ ਜਾਣਾ ਜੀ, ਮਸ਼ੀਨ ਆਵਰ ਰੇਟ। ਕਿੰਨਾ ਜੀ, ਇਹ ਬੇਟਾ ਆ ਜਾਣਾ ਹੈਗਾ ਸਾਡੇ ਕੋਲ 27.80। ਟੋਟਲ ਕਰਕੇ ਦੇਖ ਲਿਓ ਇਹਨੂੰ ਕਿੰਨਾ ਆ ਜਾਣਾ ਸਾਡੇ ਕੋਲ, 27.80 ਆ ਜਾਣਾ ਬੇਟਾ ਮਸ਼ੀਨ ਆਵਰ ਰੇਟ। ਠੀਕ ਨਾ। ਹੁਣ ਬੇਟਾ ਕੁਛ ਪੁਆਇੰਟ ਮੰਨ ਲਓ ਤੁਹਾਨੂੰ ਕੁਐਸਚਨ ਮੈਂ ਪੁਆਇੰਟ ਜੇ ਦੱਸ ਦਿੰਦਾ ਆ, ਜਿਹੜੇ ਮਤਲਬ ਹੈਗੇ ਆ। ਬਾਕੀ ਤੁਸੀਂ ਕੁਐਸਚਨ ਇਹਦੇ ਹੁਣ ਆਪ ਕਰਕੇ ਦੇਖ ਲੈ ਸਾਰੇ। ਠੀਕ ਨਾ। ਜਿਹੜਾ ਨਹੀਂ ਹੋਊਗਾ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਕਿ ਆਹ ਕੁਐਸਚਨ ਸਾਨੂੰ ਨਹੀਂ ਸਮਝ ਲੱਗਿਆ, ਉਹ ਤਾਂ ਬੇਟਾ ਤੁਹਾਨੂੰ ਮੈਂ ਸੋਲੂਸ਼ਨ ਭੇਜ ਦੂੰਗਾ। ਠੀਕ ਹੈ ਨਾ। ਹਾਂਜੀ ਬੇਟਾ, ਹੁਣ ਅੱਗੇ ਦੇਖੋ ਜੀ। ਹਾਂਜੀ ਬੇਟਾ, ਹੁਣ ਆਹ ਕੁਐਸਚਨ ਦੇਖੋ। ਇਹਦੇ ਵਿੱਚ ਕੀ ਆ ਕਿ ਜਿੱਦਾਂ ਨਾ ਆਪਾਂ ਓਵਰ ਡਿਸਟ੍ਰੀਬਿਊਸ਼ਨ ਕਰਦੇ ਸੀਗੇ, ਇਸ ਕੁਐਸਚਨ ਦੇ ਵਿੱਚ ਸਾਨੂੰ ਹੈ ਨਾ ਮਤਲਬ ਉਹਨਾਂ ਦਾ ਕੋਈ ਚੀਜ਼ ਦਾ ਮਤਲਬ ਕੱਢਣਾ ਵੀ ਪੈਣਾ ਆ, ਹਿੱਸਾ ਵੀ ਕੱਢਣਾ ਪੈਣਾ ਜੇ 1 ਤੋਂ ਜ਼ਿਆਦਾ ਮਸ਼ੀਨ ਦਾ ਦਿੱਤਾ ਹੈ। ਜਿੱਦਾਂ ਬੇਟਾ ਸਾਡੇ ਕੋਲ ਆਹੀ ਆ, ਦੇਖੋ ਕਹਿੰਦਾ ਮਸ਼ੀਨ ਵਾਸਤੇ ਪਰਚੇਜ ਉਹਨੇ 1 ਜਨਵਰੀ 2015 ਨੂੰ ਖਰੀਦੀ। ਕਿੰਨੇ ਦੀ ਹੈ ਜੀ, 5 ਲੱਖ ਦੀ। ਟੋਟਲ ਕੋਸਟ ਆਫ ਦੀ 올 ਮਸ਼ੀਨ ਕਹਿੰਦਾ ਇਨਕਲੂਸਿਵ ਆਫ ਦੀ ਨਿਊ ਮਸ਼ੀਨ ਬਾਅਦ ਕਿੰਨਾ, 75 ਲੱਖ ਆ। ਯਾਨੀ ਕਿ ਜਿੰਨੀਆਂ ਵੀ ਸਾਰੀਆਂ ਮਸ਼ੀਨਾਂ ਹੈਗਾ ਸਾਰਿਆਂ ਦੀ ਕੋਸਟ ਕਿੰਨੀ ਆ ਜੀ, 75 ਲੱਖ ਆ। ਫੋਲੋਇੰਗ ਫਰਦਰ ਪਾਰਟੀਕੂਲਰ, ਬਾਕੀ ਉਹਨੇ ਪਾਰਟੀਕੂਲਰ ਦਿੱਤੇ ਹੋਆ। ਕਹਿੰਦਾ ਐਕਸਪੈਕਟਡ ਲਾਈਫ ਆਫ ਦੀ ਮਸ਼ੀਨ ਕਿੰਨਾ ਹੈ ਜੀ, 10 ਈਅਰ ਆ। ਸਕ੍ਰੈਪ ਵੈਲਿਊ ਐਂਡ ਆਫ ਦੀ 10 ਈਅਰ ਤੇ ਕਿੰਨੀ ਹੈ ਜੀ, 5000 ਆ। ਬਾਕੀ ਰਿਪੇਅਰ ਮੇਨਟੇਨੈਂਸ ਆਫ ਫੋਰ ਦੀ ਮਸ਼ੀਨ ਡੂਰਿੰਗ ਦੇ ਈਅਰ ਇੰਨਾ ਦਿੱਤਾ ਸਾਨੂੰ। ਐਕਸਪੈਕਟਡ ਨੰਬਰ ਆਫ ਵਰਕਿੰਗ ਆਵਰ ਆਫ ਦੀ ਮਸ਼ੀਨ ਪਰ ਈਅਰ ਕਿੰਨਾ ਜੀ, 4 ਹੈ। ਯਾਨੀ ਕਿ 1 ਸਾਲ ਦੇ ਕਿੰਨੇ ਆ ਜੀ, 4000 ਆਵਰ ਆ। ਠੀਕ ਨਾ। ਇੰਸ਼ੋਰੈਂਸ ਪ੍ਰੀਮੀਅਮ ਐਨੂਅਲੀ ਫॉर ਆਲ ਦੀ ਮਸ਼ੀਨ, ਸਾਰੀਆਂ ਮਸ਼ੀਨਾਂ ਦਾ ਆ। ਠੀਕ ਨਾ। ਚਲੋ ਬੇਟਾ, ਮੈਂ ਜਿੱਦਾਂ ਨਾਲ ਤੁਹਾਨੂੰ ਮੈਂ ਦੱਸਦਾ। ਜਿੱਦਾਂ ਪਹਿਲੇ ਨੰਬਰ ਤੇ ਆਪਾਂ ਕੀ ਪਾਉਣਾ ਹੈਗਾ ਬੇਟਾ, ਅਸੀਂ ਕੀ ਪਤਾ ਕਰਨਾ ਹੈਗਾ ਜੀ, ਮਸ਼ੀਨ ਆਵਰ ਰੇਟ। ਮਸ਼ੀਨ ਆਵਰ ਰੇਟ। ਬੇਟਾ ਜਿਹੜਾ ਤੁਹਾਨੂੰ ਕੁਐਸਚਨ ਨਾ ਪਤਾ ਲੱਗਿਆ ਨਾ, ਤੁਸੀਂ ਮੈਨੂੰ ਕੁਐਸਚਨ ਮਤਲਬ ਨੰਬਰ ਪਾ ਕੇ ਸੈਂਡ ਕਰ ਦਿਓ, ਬਾਕੀ ਸੋਲਵ ਮੈਂ ਆਪੇ ਕਰ ਦੂੰਗਾ। ਠੀਕ ਹੈ ਨਾ। ਤਾਂ ਜਿੱਦਾਂ ਵੀ ਹੋਊਗਾ ਸੋਲੂਸ਼ਨ ਹੋਊਗਾ, ਜੋ ਵੀ ਉਹਦਾ ਮੈਂ ਤੁਹਾਨੂੰ ਸੋਲੂਸ਼ਨ ਭੇਜ ਦੂੰਗਾ। ਠੀਕ ਹੈ ਨਾ। ਤੁਸੀਂ ਜਿਹੜੇ ਮੈਂ ਤੁਹਾਨੂੰ ਕੁਐਸਚਨ ਕਿਹਾ ਤੁਸੀਂ ਉਹੀ ਕਰਨੇ ਆ। ਠੀਕ ਨਾ। ਇਹ ਬੇਟਾ ਤੁਸੀਂ 20 ਤੋਂ ਸ਼ੁਰੂ ਕਰਨੇ ਕੁਐਸਚਨ ਇਹ। ਠੀਕ ਨਾ। ਹੁਣ ਬੇਟਾ ਜਿੱਦਾਂ ਪਹਿਲੇ ਨੰਬਰ ਤੇ ਪਾਉਣਾ ਹੈਗਾ ਆਪਾਂ ਡੈਪਰੀਸ਼ੀਏਸ਼ਨ। ਕਿਹੜਾ ਜੀ, ਡੈਪਰੀਸ਼ੀਏਸ਼ਨ। ਦੇਖੋ ਬੇਟਾ ਕਿੰਨੀ ਹੈ ਉਹਦੀ ਕੋਸਟ ਜੀ, ਉਹਦੀ 5 ਲੱਖ ਆ ਕੋਸਟ, 5 ਲੱਖ। ਠੀਕ ਹੈ ਜੀ। ਮਾਈਨਸ ਸਕ੍ਰੈਪ ਵੈਲਿਊ ਉਹੀ ਕਿੰਨੀ ਜੀ, 5000। ਬੇਟਾ ਕਿੰਨੇ ਸਾਲਾਂ ਦਾ ਹੈ ਬੇਟਾ, ਇਹਦੀ ਲਾਈਫ ਕਿੰਨੀ ਆ, 10 ਈਅਰ। ਕਿੰਨੀ ਹੈ ਜੀ, 10 ਈਅਰ। ਯਾਨੀ ਕਿ 10 ਨਾਲ ਡਿਵਾਈਡ ਕਰਕੇ ਸਾਡੇ ਕੋਲ 1 ਸਾਲ ਦੀ ਆਣੀ, ਪਰ ਆਪਾਂ 1 ਘੰਟੇ ਦੀ ਕੱਢਣੀ ਆ। 1 ਸਾਲ ਦੇ ਘੰਟੇ ਵਿੱਚ ਕਿੰਨੇ ਆ ਜੀ, 4000। ਫਿਰ 4000 ਨਾਲ ਇਹਨੂੰ ਡਿਵਾਈਡ ਕਰਕੇ ਬੇਟਾ ਸਾਡੇ ਕੋਲ ਜਿਹੜਾ ਆ ਜਾਣਾ, ਉਹ ਆ ਜਾਣਾ ਹੈਗਾ 12.375 ਆ ਜਾਣਾ।
कितना आ जाना जी 12.375। ठीक है जी। ये साढ़े कोल किहदा आ गया बेटा डेप्रीशिएशन का खर्चा आ गया। ठीक है ना। अगे साढ़े कोल की है साढ़े कोल दिता है बेटा रिपेयर का दिता है आ वाला रिपेयर मेनटेनेंस मशीन दी जीयर कितना है जी 2000 कितना है जी 2000 यानी कि क्या है जी रिपेयर एंड मेनटेनेंस कितना है बेटा 2000 साल का उस मशीन का और कितना है जी मतलब 4000 घंटे का 2000 नहीं 4000 वाले 1 घंटे का आ जाना साढ़े को कितना जी 0.50। ठीक है जी। उस तो बाद अगे की है बेटा साढ़े को दिता है नहीं कहना इंश्योरेंस प्रीमियम एनुअली फॉर ऑल दी मशीन जोड़ा इंश्योरेंस प्रीमियम आ सारिया मशीनों का है मतलब किन्ने का जी 75 लाख का सारिया मशीनों 75 लाख दी ना यानी कि जेड़ा साडे कोल इंश्योरेंस का खर्चा आ किन्ना है जी वो दिता सानू 4500 दिता है साडा सारिया मशीनों का सारिया मशीनें किन्ने दी जी 75 लाख दियाँ पर आप 5 लाख का कढ़ना हिस्सा किन्ने का कढ़ना 5 लाख जी ये मशीन है कितना इंश्योरेंस होगा तो वही बेटा बटा कितना कर देना जी आप 75 लाख ना डिवाइड गुणा 5 लाख है ना 5 लाख का बेटा साढ़े को हिस्सा आ जाना है कितना आ जाना बेटा साढ़े को ये आ जाना है साढ़े को 16 कर दो जी 15 5 75 करके बेटा 300 आ जाना और जो साढ़े को 300 आना है ये बेटा आना है साढ़े को 4000 घंटे का साल का है ना तो असी की करना है जी हम फिर अगे जी 300 कितना करना जी आप 4000 ना डिवाइड कर देना कितना आना जी 0.075 आ जाना कितना आना जी 0.075। ठीक है जी। हम बेटा अगे इंश्योरेंस तो बाद अगे देखो कि साढ़े को ठीक ना अगे साढ़े को है इलैक्ट्रिसिटी कंजम्पशन ठीक है ना कि जी इलैक्ट्रिसिटी कंजम्पशन ये साड़ी मशीन एक्सपेंसिव है बेटा यानी कि जो मशीन चलूगी तो उत्ते डिपेंड करती बाकी तो सारे खर्चे आने है चाहे मतलब बाकी स्टैंडिंग चार्जेस है खड़िया के जोड़े आने होंगे सारे सारे स्टैंडिंग चार्ज हम साढ़े को क्या है जी इलैक्ट्रिसिटी आ जाओ कितना है बेटा मशीन आवर पर किन्ने जी 75 पैसे के हिसाब से 25 यूनिट है जी किनिया है जी 25 यूनिट मतलब 25 यूनिट्स एज ए रेट ऑफ कितना है जी 75 पैसे है ना 0.75 और इन्हों मल्टीप्लाई करके आ जाना बेटा 18.75 कितना है ना 18.75 आ लो जी इलैक्ट्रिसिटी का भी हो गया हुण अगे कहंदा जी एरिया ऑक्यूपाइड बाय दी मशीन जी मशीन है साडी 5 लाख वाली वो मशीन कितना एरिया ऑक्यूपाइड करती है 100 कितना करती है 100 स्क्वेयर फुट एरिया ऑक्यूपाइड दी अदर मशीन जी अदर मशीन वो कितना ऑक्यूपाइड करती 1500 स्क्वेयर फुट रेंट पर मंथ ऑफ दी डिपार्टमेंट यानी कि जो है ना पूरे डिपार्टमेंट का आ किन्ने का जी 1 मंथ का कितना जी 800 आ यदा मतलब बेटा रेंट साढ़े को किन्ने दिता जी 1 मंथ का पहला असीं साल का कढ़ना पहला असीं कितने का कढ़ना जी साल का किस तरह जी 800 इनू 12 ना मल्टीप्लाई कर दो ठीक ना ये बन गया साल का और बेटा जो साल का बनया ना वो साडा सारिया मशीनों का बनया किहदा बनया सारिया मशीनों का सारिया मशीनों का मतलब क्या जी कि पूरे एरिए का जो पूरा डिपार्टमेंट आ पूरे डिपार्टमेंट का कि एरिया आ 100 स्क्वेयर फुट ए मशीन है 5 लाख वाली का आ तो 1500 स्क्वेयर फुट किन्ना दा जी बाकी जड़ियाँ मशीनां बची जाने कि कुल एरिया कितना हो गया 1600 स्क्वेयर फुट यानी कि 1600 स्क्वेयर फुट में डिवाइड करके किहदा असी इस मशीन का करना इस मशीन का कितना है जी 100 स्क्वेयर फुट ठीक ना जो साल का खर्चा आया पूरे 1600 स्क्वेयर फुट का सगा असी गला 100 स्क्वेयर फुट का कढ़ना ठीक ना तो जो खर्चा आ गया वो बेटा साढ़े को कितना आ गया जी 600 इनू करके 100 लो ठीक है ना आ जाना 2 आ जाना इत करके अभी कर लो कितना आ गया जी 2 इनू कर लो जी 6 गुणा किया 600 और डिवाइड कर देना साल का आया 4000 ने डिवाइड कर दो तो बेटा साढ़े को आ जाना है 0.15 कितना है ना 0.15 ठीक है ना इदा बेटा थोड़े लाइटिंग चार्जिस किन्नी है जी 20 पॉइंट आ ठीक है जो होल डिपार्टमेंट भी लगे किन्ने है जी 20 पॉइंट लगे हुआ ठीक है ना आउट ऑफ विच 3 पॉइंट आर फॉर दी मशीन जो 3 पॉइंट है इस मशीन के तो लाइट का खर्चा कितना है 120 रुपये पहले दिन साल का बनाइए आप लाइट का कितना जी 120 गुणा 12 ठीक है ना और किन्ने पॉइंटा का खर्चा है 20 पॉइंटा का
ਯਾਨੀ ਕਿ ਅਸੀਂ ਪਹਿਲਾਂ ਜਿੰਨੇ ਇਹ ਮਸ਼ੀਨ ਪੁਆਇੰਟ ਵਰਤਦੀ ਹੈ 3 ਪੁਆਇੰਟ ਵਰਤਦੀ ਆ, ਅਸੀਂ 3 ਪੁਆਇੰਟਾਂ ਦਾ ਕੱਢ ਲਿਆ। ਕਿੰਨੇ ਦਾ ਕੱਢ ਲਿਆ ਜੀ? 3 ਪੁਆਇੰਟਾਂ ਦਾ ਖਰਚਾ ਕੱਢ ਲਿਆ। ਫਿਰ ਇਹ ਸਾਡੇ ਕੋਲ ਕਿੰਨਾ ਆ ਗਿਆ ਜੀ? 3 ਪੁਆਇੰਟਾਂ ਦਾ ਖਰਚਾ ਕੱਢ ਕੇ ਸਾਡੇ ਕੋਲ ਆ ਗਿਆ ਬੇਟਾ ਸੋਲੋ ਕਰਕੇ ਇਹ 1 ਨਾਲ 1 0 ਕੱਟ ਗਈ, ਠੀਕ ਹੈ। ਇਹਨਾਂ ਘੱਟ ਹੋ ਗਿਆ 6, ਇਹ ਕਿੰਨਾ ਆ ਗਿਆ 6 ਤੇ 18 ਤੇ ਹੁਣ ਅੱਗੇ 18 ਨੂੰ ਕੀਤਾ ਜੀ, 18 ਦੂਣਾ 36 ਤੇ 18 ਨੂੰ 18 ਤੇ ਕਿੰਨਾ ਜੀ 18 ਤੇ 3 21 216। ਇਹਨੂੰ ਅਸੀਂ 4000 ਨਾਲ ਡਿਵਾਈਡ ਕਰ ਦੋ, ਠੀਕ ਹੈ ਨਾ। 4000 ਨਾਲ ਡਿਵਾਈਡ ਕਰਕੇ ਬੇਟਾ ਆ ਗਿਆ 0.054, ਠੀਕ ਹੈ ਨਾ। ਹੁਣ ਅੱਗੇ ਦੇਖ ਲਓ, ਅੱਗੇ ਹੋਰ ਤਾਂ ਕੋਈ ਖਰਚਾ ਨਹੀਂ ਗਾ, ਸਾਰੇ ਹੋ ਗਏ। ਉਹੀ ਬੇਟਾ ਅਸੀਂ ਘੰਟੇ ਦੇ ਖਰਚ ਕੱਢ ਕੇ ਪਾ ਤੇ ਫਿਰ ਅਸੀਂ ਇਹਦਾ ਕੀ ਕਰ ਦੇਣਾ ਜੀ ਟੋਟਲ, ਯਾਨੀ ਕਿ ਜੀ ਜਿਹੜਾ ਸਾਡੇ ਕੋਲ ਮਸ਼ੀਨ ਆਵਰ ਰੇਟ ਆਉਣਾ ਆ ਉਹ ਸਾਰਿਆਂ ਦਾ ਟੋਟਲ ਆ ਜਾਣਾ ਬੇਟਾ। ਇਹ ਆਣਾ ਹੈਗਾ 31.904, ਠੀਕ ਆ। ਇਹ ਬੇਟਾ ਤੁਹਾਡਾ ਆਵਰ ਰੇਟ ਆ ਗਿਆ, ਠੀਕ ਹੈ ਨਾ ਮਸ਼ੀਨ। ਬਸ ਇਹਦੇ ਨਾਲ ਦੇ ਸਵਾਲ ਆ ਬੇਟਾ, ਠੀਕ ਹੈ ਨਾ, ਜਿਹੜੇ ਤੁਹਾਡੇ ਆਹ ਵਾਲੇ ਹੈਗੇ ਆ, ਠੀਕ ਹੈ ਨਾ। ਬਸ ਤੁਸੀਂ ਇਹਨਾਂ ਨੂੰ ਇਦਾਂ ਹੀ ਹੁਣ ਸੋਲਵ ਕਰਨਾ, ਜਿੱਦਾਂ ਮਤਲਬ ਹੈ ਨਾ ਜਿਹੜੇ ਵੀ ਸਵਾਲ ਹੋਣਗੇ ਤੁਸੀਂ ਆਹ ਵਾਲਾ ਕਹਿ ਜੀ 20ਵੇਂ ਸਵਾਲ ਤੋਂ ਕਰ ਦੇਣਾ ਸ਼ੁਰੂ, 20ਵੇਂ ਤੋਂ 21ਵੇਂ ਤੋਂ ਇਦਾਂ ਹੀ ਆ। ਏ ਮਸ਼ੀਨ ਦਾ ਆਵਰ ਰੇਟ ਕੱਢਣਾ, ਜਿਹੜਾ ਤੁਹਾਨੂੰ ਸਿੱਧਾ ਤੁਹਾਨੂੰ ਕੱਲਾ ਮਸ਼ੀਨ ਏ ਦਾ ਖਰਚਾ ਦਿੱਤਾ 600 ਦਿੱਤਾ ਆ, ਹਨਾ। ਉਹ ਤਾਂ ਕੱਲਾ ਸਿੱਧਾ ਮਸ਼ੀਨ ਦੇ ਜਿੰਨੇ ਏ ਦੇ ਵਰਕਿੰਗ ਆਵਰ ਕਿੰਨੇ 10000 ਆ, ਸਿੱਧਾ ਏ ਨੂੰ ਇਹਨੂੰ 10000 ਨਾਲ ਡਿਵਾਈਡ ਕਰ ਲਓ। ਆ ਰਿਪੇਅਰ ਦਾ ਖਰਚਾ ਵੀ ਕੱਲਾ ਮਸ਼ੀਨ ਦਾ ਹੈ, ਸਿੱਧਾ 800 ਨੂੰ ਡਿਵਾਈਡ ਕਰ ਲਓ। ਹੀਟ ਐਂਡ ਲਾਈਟ ਦਾ ਕਹਿੰਦਾ 360 ਵਾ, ਉਹ ਆਪਾਂ ਕਾਹਦੇ ਅਕੋਰਡਿੰਗ ਟੂ ਕਰਨਾ ਜੀ? ਹੀਟ ਐਂਡ ਲਾਈਟ ਦਾ ਏਰੀਏ ਦੇ ਅਕੋਰਡਿੰਗ ਟੂ। ਜੇ ਪੁਆਇੰਟ ਨਹੀਂ ਦਿੱਤੇ ਹੋ ਉਹਦਾ ਹਿੱਸਾ ਕੱਢ ਲੈਣਾ ਪਹਿਲਾਂ, ਫਿਰ ਉਹਨੂੰ ਡਿਵਾਈਡ ਕਰਨਾ ਉਹਦੇ ਵਰਕਿੰਗ ਆਵਰ ਨਾਲ। ਇੱਦਾਂ ਮਤਲਬ ਕਿ ਜੀ ਸਾਰਾ ਕੁਝ ਤੁਸੀਂ ਕਰ ਲੈਣਾ, ਠੀਕ ਨਾ। ਆਹ ਵਾਲੇ ਸਵਾਲ ਬੇਟਾ ਸਾਡੇ ਸਾਰੇ ਦੇ ਨਾਲ ਦੇ ਹੋ ਜਾਣੇ ਆ, ਠੀਕ ਨਾ। ਇੱਕ ਬੇਟਾ ਆਹ ਕੁਐਸਚਨ ਦੇਖ ਲਓ ਮਾੜਾ ਜਿਹਾ, ਜਿਹੜਾ ਆਹ ਵਾਲਾ ਕੁਐਸਚਨ ਹੈ ਨਾ, ਇਹਦੇ ਵਿੱਚ ਤੁਹਾਨੂੰ ਜਿੱਦਾਂ ਉਹਦੀ ਮਸ਼ੀਨ ਦੀ ਕੋਸਟ ਕਿੰਨੀ ਹੈ ਜੀ 1,90,000, ਠੀਕ ਨਾ, ਤੇ ਪਲੱਸ ਇੰਸਟਾਲੇਸ਼ਨ ਚਾਰਜ 10,000 ਆ। ਵੀ ਜੋੜ ਕੇ ਕਿੰਨਾ ਆ ਜਾਣਾ ਜੀ? ਇਹ 2 ਲੱਖ ਆ ਜਾਣਾ ਸਾਡੇ ਕੋਲ। ਕਿੰਨਾ ਆ ਜਾਣਾ ਜੀ ਸਾਡੇ ਕੋਲ ਜੋੜ ਕੇ? ਇਹ 2 ਲੱਖ ਆ ਜਾਣਾ। ਤੇ ਉਹਦੀ ਲਾਈਫ ਕਿੰਨੀ ਆ? 5 ਈਅਰ ਵਾ। ਤੇ ਜਿਹੜੀ ਉਹਦੀ ਰਿਪੇਅਰ ਤੇ ਮੇਨਟੇਨ ਜਿੰਨੀ ਡੈਪਰੀਸ਼ੀਏਸ਼ਨ ਆਣੀ ਆ ਉਹਦਾ ਕਿੰਨਾ ਆਣਾ ਜੀ? ਆਹ ਵਾਲਾ ਆਣਾ। ਹੁਣ ਬੇਟਾ ਇੱਕ ਗੱਲ ਦੇਖੋ, ਤੁਹਾਨੂੰ ਇੱਥੇ ਉਹਦੀ ਮਤਲਬ ਆਪਾਂ 5 ਨਾਲ ਡਿਵਾਈਡ ਕਰਕੇ 1 ਸਾਲ ਤਾਂ ਕੱਢ ਲਾਂਗੇ, ਪਰ ਸਾਨੂੰ 1 ਸਾਲ ਦੇ ਵਰਕਿੰਗ ਆਵਰ ਨਹੀਂ ਦਿੱਤੇ। ਉਹ 1 ਸਾਲ ਦੇ ਕਿਹਾ ਜੀ ਸਾਨੂੰ ਵਰਕਿੰਗ ਆਵਰ ਨਹੀਂ ਦਿੱਤੇ। ਉਹ ਦੇਖੋ ਤੁਸੀਂ ਕਿਸ ਤਰ੍ਹਾਂ ਕੱਢਣੇ ਵਰਕਿੰਗ ਆਵਰ। ਆਹ ਦੇਖੋ ਬੇਟਾ, ਸਾਨੂੰ ਐਨੂਅਲ ਪਾਵਰ ਐਕਸਪੈਂਸਿਸ 25 ਪੈਸੇ ਪਰ ਆਵਰ ਦੇ ਹਿਸਾਬ ਨਾਲ ਕਿੰਨੇ ਦਿੱਤੇ? 6000 ਖਰਚਾ ਦਿੱਤਾ ਆ। ਕਿੰਨੇ ਦਿੱਤੇ ਸਾਨੂੰ? 6000 ਖਰਚਾ ਦਿੱਤਾ ਐਨੂਅਲ ਪਾਵਰ ਦਾ, ਮਤਲਬ ਸਾਲ ਦਾ, ਠੀਕ ਨਾ। ਕਿਹਦੇ ਦਿੱਤਾ ਹੈ ਜੀ? ਸਾਲ ਦਾ ਦਿੱਤਾ ਹੈ ਬੇਟਾ ਸਾਨੂੰ ਖਰਚਾ। ਇਹਦਾ ਮਤਲਬ ਸਾਡੇ ਕੋਲ ਪਾਵਰ ਐਕਸਪੈਂਸਿਸ ਫੋਰ 1 ਈਅਰ ਕਿੰਨੀ ਆ ਜੀ? 6000। ਕਿੰਨੀ ਹੈ ਜੀ? 6000। ਔਰ ਨਾਲ ਬੇਟਾ ਸਾਨੂੰ ਪਾਵਰ ਨੂੰ ਨਹੀਂ 8 ਘੰਟੇ ਦਾ ਖਰਚਾ ਵੀ ਦਿੱਤਾ ਹੈ। ਕਿੰਨਾ ਆ ਲਿਖਿਆ ਨਾ 8 ਆਵਰ। ਆ ਸਾਰੇ ਖਰਚੇ 8 ਆਵਰ ਦੇ ਆ, ਤੂੰ ਸਾਰਿਆਂ ਨੂੰ 8 ਨਾਲ ਡਿਵਾਈਡ ਕਰ ਲੈਣਾ, ਤੁਹਾਡਾ 1 ਘੰਟੇ ਦਾ ਖਰਚਾ ਆ ਜਾਣਾ। ਹੁਣ ਦੇਖੋ ਬੇਟਾ, ਪਾਵਰ ਸਾਡੇ ਕੋਲ 8 ਘੰਟੇ ਦਾ ਕਿੰਨਾ ਹੈ ਜੀ? 24। ਯਾਨੀ ਕਿ ਕਿਹਾ ਹੈ ਜੀ ਜਿਹੜਾ 24 ਰੁਪਏ, ਠੀਕ ਹੈ ਜੀ, ਜਾਂ 24 ਰੁਪਏ ਐਕਸਪੈਂਸਿਸ ਆ ਕਿੰਨੇ ਆਵਰ ਲਈ ਆ? 8 ਆਵਰ ਲਈ। ਔਰ 1 ਰੁਪਇਆ ਕਿੰਨੇ ਘੰਟੇ ਲਈ ਹੋਣਾ? 8/24 ਲਈ। ਔਰ ਜਿਹੜਾ 6000 ਦਾ ਖਰਚਾ ਹੋਣਾ ਉਹ ਕਿੰਨੇ ਘੰਟੇ ਲਈ ਹੋਊਗਾ? 8/24 ਗੁਣਾ ਕਿੰਨਾ ਜੀ? 6000। ਉਹ ਬੇਟਾ ਕਰ ਲੈਣਾ ਕਿੰਨਾ ਨਾ ਜੀ? 6 6 ਚੌਕਾ 24, ਇਹਨੂੰ ਕੀਤਾ 2 ਜੀ। ਯਾਨੀ ਕਿ ਐਨੂਅਲ ਆਵਰ ਜਿਹੜੇ ਆਣੇ ਆ 1000 ਆਣੇ। ਜਿਹੜਾ ਤੁਹਾਡਾ ਡੈਪਰੀਸ਼ੀਏਸ਼ਨ ਕਰਨਾ ਹੈ ਨਾ, ਤੁਸੀਂ ਉਹਨੂੰ ਕੀ ਕਰਨਾ ਜੀ? ਉਹਦੇ ਬਾਰੇ ਇਹ ਦੂਜਾ ਕਰ ਲੈਣਾ, ਕੀ ਕਹਿੰਦੇ ਨੇ ਉਹਨੂੰ ਆਪਾਂ? ਡਿਵਾਈਡ ਕਰਤਾ, ਠੀਕ ਹੈ ਨਾ। ਹੁਣ ਬੇਟਾ ਇਹ ਮਸ਼ੀਨ ਆਵਰ ਵਾਲੇ ਤੁਸੀਂ ਕਰ ਲਿਓ ਕੁਐਸਚਨ। ਜੇ ਕਿਸੇ ਕੁਐਸਚਨ 'ਚ ਪ੍ਰੋਬਲਮ ਹੋਈ ਮੈਨੂੰ ਦੱਸ ਦਿਓ, ਠੀਕ ਹੈ ਨਾ। ਔਰ ਬੇਟਾ ਤੁਹਾਨੂੰ ਜਿਹੜੀ ਹੈ ਨਾ ਥਿਊਰੀ ਕਰਾਉਣੀ ਆ, ਥਿਊਰੀ ਦੇ ਤੁਹਾਨੂੰ ਮੈਂ ਕੁਐਸਚਨ ਸੈਂਡ ਕਰੂੰਗਾ ਵਿਦ ਸੀਰੀਜ਼ ਦੇ ਅਕੋਰਡਿੰਗ ਟੂ, ਤੁਸੀਂ ਉਹੀ ਪੜ੍ਹਨੇ ਆ, ਠੀਕ ਨਾ। ਜਾਂ ਤੁਹਾਨੂੰ ਮੈਂ ਪਹਿਲਾਂ ਸੈਂਡ ਕਰ ਦੂੰਗਾ, ਪੜ੍ਹ ਕੇ ਦੇਖ ਲਿਓ, ਤੇ ਬਾਅਦ 'ਚ ਮੈਂ ਤੁਹਾਨੂੰ ਸਮਝਾ ਵੀ ਦਊਂਗਾ, ਠੀਕ ਨਾ, ਤੁਹਾਡੇ ਨਿਊਮੈਰੀਕਲ ਖਤਮ ਕਰਕੇ, ਠੀਕ ਨਾ। ਬੇਟਾ ਸਵਾਲ ਕਰੀ ਜਾਓ, ਸਿਰ ਮੈਨੂੰ 1-2 ਬੱਚਿਆਂ ਨੇ ਸਵਾਲ ਪੁੱਛਿਆ, ਹੋਰ ਮੈਨੂੰ ਜ਼ਿਆਦਾਤਰ ਸਵਾਲ ਬੱਚੇ ਪੁੱਛਦੇ ਨਹੀਂ ਹੈਗੇ, ਫੇਰ ਨਾ ਮੈਨੂੰ ਬਾਅਦ 'ਚ ਸਮਝ ਨਹੀਂ ਲੱਗੇ, ਮੈਂ ਸਵਾਲ ਜਿਹੜੇ ਕਰਾਈ ਜਾਣੇ, ਠੀਕ ਨਾ। ਓਕੇ, ਥੈਂਕਸ ਬੇਟਾ, ਠੀਕ ਨਾ। ਸਵਾਲ ਸੋਲਵ ਕਰ ਲਿਓ ਹੁਣ ਜਿਹੜੇ ਮਸ਼ੀਨ ਆਵਰ ਵਾਲੇ ਤੁਹਾਡੇ, ਤੁਸੀਂ ਬੇਟਾ ਆਹ ਸਵਾਲ ਕਰਨੇ ਆ, ਠੀਕ ਨਾ। 26ਵਾਂ 27ਵਾਂ, ਠੀਕ ਆ, 28ਵਾਂ 29ਵਾਂ ਤੇ 30ਵਾਂ 31ਵਾਂ 32ਵਾਂ 33ਵਾਂ ਵੀ ਦੇਖ ਲਿਓ, ਠੀਕ ਨਾ। 34ਵਾਂ ਜ਼ਿਆਦਾ ਇੰਪੋਰਟੈਂਟ ਆ ਤੁਹਾਡਾ ਕੁਐਸਚਨ ਜਿਹੜਾ ਮੇਰੇ ਕੋਲ ਆਹ ਵਾਲਾ, ਠੀਕ ਨਾ। ਇਹ ਵਾਲਾ ਕੁਐਸਚਨ ਕਿਹਾ ਜੀ ਤੁਹਾਡਾ ਜ਼ਿਆਦਾ ਇੰਪੋਰਟੈਂਟ ਹੈ 34ਵਾਂ, ਇਹ ਜ਼ਰੂਰ ਕਰਿਓ, ਠੀਕ ਨਾ।
बस फिर 34 के बाद एक 37वां कर लियो, ठीक है ना। 36 35वां रहने दे क्वेश्चन, ठीक है ना। 36वां 37वां 38वां बस इन्ने कर लो, इन्ने बहुत है बेटा, ठीक है। ओके थैंक्स बेटा।